ਸਤਿ ਸ਼੍ਰੀ ਅਕਾਲ ਦੋਸਤੋ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸੋ ਅੱਜ ਇੱਕ ਦੇਖ ਰਹੇ ਸੀ ਕਿ ਕੈਪਟਨ ਸਾਹਿਬ ਦੀ ਸਟੇਟਮੈਂਟ ਆਈ ਹੈ, ਜਿਹਦੇ ਵਿੱਚ ਕੈਪਟਨ ਸਾਹਿਬ ਕਹਿ ਰਹੇ ਨੇਗੇ ਕਿ ਜਦੋਂ ਇਹ ਬਿੱਲ ਪਾਸ ਕਰਨਾ ਸੀ ਜਾਂ ਇਹਦੇ ਬਾਰੇ ਗੱਲਬਾਤ ਚੱਲੀ ਸੀ ਕਾਨੂੰਨ ਬਣਨ ਬਾਰੇ, ਤਾਂ ਸਾਡੀ ਇੱਕ ਬੈਠਕ ਹੋਈ ਸੀ। ਇਹਨਾਂ ਨੇ ਕਮੇਟੀ ਬਣਾਈ ਸੀ। ਕਮੇਟੀ ਦੇ ਵਿੱਚ ਆਪਣੇ ਪੰਜਾਬ ਦੇ ਸ੍ਰੀਮਾਨ ਕੈਪਟਨ ਸਾਹਿਬ ਜੀ ਨੂੰ ਵਿੱਚ ਪਾਇਆ ਗਿਆ ਸੀਗਾ, ਤੇ ਕਮੇਟੀ ਦੀ ਬੈਠਕ ਦੇ ਵਿੱਚ ਇਹ ਗਏ ਵੀ ਸੀ, ਸਮੂਲੀਅਤ ਵੀ ਸੀਗੀ। ਇਹਨਾਂ ਨੂੰ ਦੱਸਿਆ ਵੀ ਗਿਆ ਸੀ ਵੀ ਅਸੀਂ ਇਸ ਤਰ੍ਹਾਂ ਦਾ ਆਹ ਬਿੱਲ ਲੈ ਕੇ ਆ ਰਹੇ ਹਾਂ, ਆਹ ਬਿੱਲ ਪਾਸ ਕਰ ਰਹੇ ਹਾਂ। ਤੇ ਉਸ ਟਾਈਮ ਉੱਥੇ ਕੈਪਟਨ ਸਾਹਿਬ ਆਪਦੀ ਹਾਂ ਰੂਪੀ ਗੱਲ ਕਹਿ ਕੇ ਵਾਪਸ ਆ ਗਏ ਸੀਗੇ। ਤੇ ਅੱਜ ਕੈਪਟਨ ਸਾਹਿਬ ਦੀ ਜਿਹੜੀ ਸਟੇਟਮੈਂਟ ਹੈ ਉਹ ਉਹਦੇ ਵਿੱਚ ਕਹਿ ਰਹੇ ਨੇ ਕਿ ਹਾਂ ਸਾਨੂੰ ਸੱਦਿਆ ਜ਼ਰੂਰ ਸੀ ਵੀ, ਪਰ ਕਾਫੀ ਹੱਦ ਤੱਕ ਇਹ ਪਹਿਲਾਂ ਬਿੱਲ ਨੂੰ ਕਲੀਅਰ ਕਰੀ ਬੈਠੇ ਸੀ ਵੀ ਅਸੀਂ ਇੱਦਾਂ ਕਰਨਾ, ਵੀ ਸਾਨੂੰ ਕੋਈ ਫਾਈਨੈਂਸ਼ੀਅਲ ਕੋਈ ਗੱਲਬਾਤ ਸੀ, ਉਹਦੇ ਬਾਰੇ ਸਾਡੀ ਕੋਈ ਮੀਟਿੰਗ ਹੋਈ ਸੀ, ਪਰ ਸਾਨੂੰ ਇਹ ਜ਼ਰੂਰ ਦੱਸਿਆ ਸੀ ਵੀ ਅਸੀਂ ਆਹ ਬਿੱਲ ਲੈ ਕੇ ਆ ਰਹੇ ਹਾਂ। ਠੀਕ ਹੈ ਨਾ। ਜਦੋਂ ਕੈਪਟਨ ਸਾਹਿਬ ਜਦੋਂ ਤੁਹਾਨੂੰ ਪਤਾ ਲੱਗਿਆ ਸੀ ਵੀ ਇਹ ਇਸ ਤਰ੍ਹਾਂ ਦਾ ਕੋਈ ਬਿੱਲ ਆ ਰਿਹਾ, ਜਦੋਂ ਆਪਾਂ ਨੂੰ ਪਤਾ ਹੈ ਵੀ ਆਪਣਾ ਜਿਹੜਾ ਸੂਬਾ ਹੈ ਖੇਤੀ ਪ੍ਰਧਾਨ ਸੂਬਾ ਹੈ, ਕਿਸਾਨਾਂ ਜ਼ਿਆਦਾਤਰ ਲੋਕ ਹੈ ਜਿਹੜੇ ਕਿਸਾਨਾਂ ਦੇ ਉੱਤੇ ਨਿਰਭਰ, ਆਪਣਾ ਵਪਾਰ ਵੀ ਕਿਸਾਨਾਂ ਤੇ ਮਜ਼ਦੂਰ ਵੀ ਕਿਸਾਨ ਤਾਂ ਹੈਗੇ ਆ। ਤੁਸੀਂ ਉਸੇ ਟਾਈਮ ਤੁਹਾਡਾ ਉਸੇ ਟਾਈਮ ਫਰਜ਼ ਬਣਦਾ ਸੀ ਕਿ ਤੁਸੀਂ ਆਲ ਪਾਰਟੀ ਮੀਟਿੰਗ ਸਾਦੇ, ਸਾਰੀਆਂ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਇਕੱਠੇ ਕਰਦੇ, ਜਿੰਨੇ ਕੋਈ MLAs ਨੇ ਜਾਂ ਪਾਰਟੀਆਂ ਦੇ ਕੋਈ ਮੇਨ ਮੋਢੀ ਨੇ ਜਾਂ ਆਪਣੀਆਂ ਕਿਸਾਨ ਜਥੇਬੰਦੀਆਂ ਨੇ ਜਿਹੜੀਆਂ ਉਹਨਾਂ ਦੇ ਕੋਈ ਮੋਢੀ ਨੇ, ਸਾਰੇ ਉਹਨਾਂ ਨੂੰ ਤੁਸੀਂ ਇਕੱਠੇ ਕਰਦੇ, ਉਹਨਾਂ ਨੂੰ ਦੱਸਦੇ ਭਾਈ ਸਾਹਿਬ ਵੀ ਐਦਾਂ ਕਰਕੇ ਸੈਂਟਰ ਗੌਰਮੈਂਟ ਆਹ ਇੱਕ ਬਿੱਲ ਲੈ ਕੇ ਆ ਰਹੀ ਹੈ ਜਿਹੜਾ ਆਪਣੀ ਕਿਸਾਨੀ ਵਾਸਤੇ ਮਾੜਾ ਹੈ, ਕਿਸਾਨੀ ਵਾਸਤੇ ਘਾਤਕ ਸਾਬਤ ਹੋ ਸਕਦਾ ਹੈ। ਤੁਸੀਂ ਉਸ ਟਾਈਮ ਕਰਨਾ ਸੀ ਇਹ, ਉਦੋਂ ਤੁਸੀਂ ਇਕੱਠੇ ਕਰਦੇ, ਉਹਨਾਂ ਨੂੰ ਦੱਸਦੇ, ਉਹਨਾਂ ਨੂੰ ਲਾਮਬੰਦ ਕਰਦੇ। ਉਦੋਂ ਤੋਂ ਹੀ ਡਟ ਕੇ ਇਹ ਚੀਜ਼ ਦਾ ਵਿਰੋਧ ਕੀਤਾ ਜਾਂਦਾ ਵੀ ਹਾਂ ਜਿਹੜੇ ਸਾਡਾ ਸੂਬਾ ਹੈ ਇਹ ਕਿਸਾਨੀ ਦੇ ਉੱਤੇ ਨਿਰਧਾਰਿਤ ਆ, ਅਸੀਂ ਇਸ ਬਿੱਲ ਨੂੰ ਨਹੀਂ ਮੰਨਦੇ। ਸਾਰੇ ਇਕੱਠੇ ਹੋ ਕੇ ਪੂਰਾ ਆਪਦਾ ਜ਼ੋਰ ਲਾਉਂਦੇ, ਜ਼ੋਰ ਅਜਮਾਇਸ਼ ਕਰਦੇ, ਪਰ ਨਹੀਂ, ਤੁਸੀਂ ਉਦੋਂ ਗਏ, ਤੁਹਾਨੂੰ ਪਤਾ ਲੱਗਿਆ ਤੇ ਤੁਸੀਂ ਚੁੱਪ ਕਰਕੇ ਬਹਿ ਗਏ ਆ ਕੇ। ਤੁਹਾਡਾ ਫਰਜ਼ ਬਣਦਾ, ਤੁਸੀਂ ਮੋਢੀ ਹੋ, ਪੰਜਾਬ ਦੇ ਮੋਢੀ ਹੋ, ਤੁਹਾਨੂੰ ਪਤਾ ਹੈ ਕਿ ਪੰਜਾਬ ਸੂਬਾ ਕਿਸਾਨੀ ਤੇ ਹੀ ਨਿਰਭਰ ਆ ਆਪਣਾ ਟੋਟਲੀ। ਪਰ ਹੁਣ ਤੁਹਾਡੀਆਂ ਸਟੇਟਮੈਂਟਾਂ ਆਉਂਦੀਆਂ, ਹੁਣ ਤੁਸੀਂ ਉਹਦੇ ਖਿਲਾਫ ਲੈ ਕੇ ਵੱਡੇ ਵੱਡੇ ਪਲੰਦੇ ਲੈ ਕੇ ਖੜਦੇ ਹੋਗੇ, ਉਹਦਾ ਕੀ ਫਾਇਦਾ? ਸਮਾਂ ਰਹਿੰਦੇ ਹੁਣ ਜਦੋਂ ਸੱਪ ਲੰਘ ਗਿਆ, ਸੱਪ ਲੰਘਣ ਤੋਂ ਬਾਅਦ ਉਹਦੀ ਪੂਛ ਕੁੱਟਣ ਦਾ ਕੋਈ ਫਾਇਦਾ ਹੈਗਾ? ਪੂਰਾ ਸੱਪ ਲੰਘ ਗਿਆ, ਉਹਦੀਆਂ ਲੀਗਾਂ ਪਿੱਛੋਂ ਕੁੱਟੀ ਚੱਲੋ, ਕਿੰਨਾ ਮਰਜ਼ੀ ਕੁੱਟੀ ਚੱਲੋ, ਕੀ ਫਾਇਦਾ? ਤੁਹਾਡੇ ਸਾਹਮਣੇ ਬਿੱਲ ਟੇਬਲ ਹੋਇਆ, ਬਿੱਲ ਟੇਬਲ ਹੋ ਕੇ ਪਾਸ ਵੀ ਹੋ ਗਿਆ। ਤੁਸੀਂ ਕਦੋਂ ਬੋਲਿਓ? ਜਦੋਂ ਬਿੱਲ ਟੇਬਲ ਹੋ ਗਿਆ। ਜਿੱਦਾਂ ਕੱਲ ਬਿੱਲ ਟੇਬਲ ਹੋਇਆ, ਇੱਕ ਬਿੱਲ ਪਾਸ ਹੋ ਗਿਆ, ਦੂਜਾ ਬਿੱਲ ਟੇਬਲ ਕਰਨ ਉਹਨੇ ਫਿਰ ਪਾਸ ਕਰ ਦੇਣਾ। ਤੁਹਾਨੂੰ ਪਤਾ ਤੁਹਾਡਾ ਫਰਜ਼ ਬਣਦਾ ਸੀ ਉਦੋਂ ਬੋਲਣ ਦਾ। ਤੁਸੀਂ ਸਾਰੀਆਂ ਪਾਰਟੀਆਂ ਨੂੰ, ਸਾਰੀਆਂ ਜਥੇਬੰਦੀਆਂ ਨੂੰ ਇਕੱਠੇ ਕਰਦੇ, ਤੁਸੀਂ ਉਸ ਟਾਈਮ ਬੋਲਦੇ ਵੀ ਭਾਈ ਸਾਨੂੰ ਇਹ ਮਨਜ਼ੂਰ ਨਹੀਂ ਹੈਗਾ, ਸਾਨੂੰ ਨਹੀਂ ਚਾਹੀਦਾ। ਤੁਸੀਂ ਪੰਜਾਬ ਦੇ ਮੁਖੀ ਹੋ, ਜੇ ਤੁਸੀਂ ਤੋੜ ਕੇ ਜਵਾਬ ਦੇ ਦਿਓ ਵੀ ਨਹੀਂ ਅਸੀਂ ਨਹੀਂ ਮੰਨਦੇ ਇਸ ਚੀਜ਼ ਨੂੰ, ਉਹਦੀ ਇਹ ਲਾਗੂ ਨਾ ਹੁੰਦੇ। ਪਰ ਨਹੀਂ, ਤੁਹਾਡੀ ਨੀਅਤ ਨਹੀਂ ਸੀਗੀ, ਤੁਹਾਡੀ ਨੀਅਤ ਸਾਫ਼ ਨਹੀਂ ਸੀ। ਤੁਸੀਂ ਹੁਣ ਸਿਰਫ ਜਿਹੜਾ ਇਹ ਡਰਾਮਾ ਕਰ ਰਹੇ ਹੋ ਨਾ, ਲੋਕਾਂ ਨੂੰ ਪਾਗਲ ਬਣਾਉਣ ਦੀ ਖਾਤਰ ਕਰ ਰਹੇ ਹੋ ਵੀ ਮੈਂ ਕਿਸਾਨੋਂ ਤੁਹਾਡੇ ਹੱਕ 'ਚ ਹਾਂ, ਇਹ ਕਰ ਰਹੇ ਹੋ। ਤੁਹਾਨੂੰ ਪਤਾ ਹੈਗਾ ਵੀ ਇਹ ਤਾਂ ਲਾਗੂ ਹੋ ਗਿਆ, ਹੋ ਚੁੱਕਿਆ। ਠੀਕ ਹੈ, ਤੁਸੀਂ ਸਿਰਫ ਇਹ ਹੁਣ ਲੋਕਾਂ ਨੂੰ ਪਾਗਲ ਬਣਾ ਰਹੇ ਹੋਗੇ। ਜਦੋਂ ਕਰਨਾ ਸੀ ਉਦੋਂ ਸਮਾਂ ਸੀ, ਤੁਸੀਂ ਉਦੋਂ ਕਰਨਾ ਸੀ। ਅੱਜ ਤੁਸੀਂ ਸਟੇਟਮੈਂਟਾਂ ਦੇਣ ਵਾਲੇ ਹੋਗੇ, ਅੱਜ ਤੁਸੀਂ ਸਟੇਟਮੈਂਟ ਦਿੰਦੇ ਹੋਗੇ ਵੀ ਮੈਂ ਕਹਿਣਾਗਾ ਵੀ ਇੱਥੇ ਦੰਗੇ ਹੋ ਜਾਣਗੇ, ਲੜਾਈਆਂ ਵੀ ਉਦੋਂ ਨਹੀਂ ਤੁਹਾਨੂੰ ਦਿੰਦਾ ਸੀ ਵੀ ਮੈਂ ਲੋਕਾਂ ਨੂੰ ਇਕੱਠੇ ਕਰਾਂ, ਲੋਕਾਂ ਨੂੰ ਲਾਮਬੰਦ ਕਰਾਂ, ਸਾਰੇ ਕਿਸਾਨਾਂ ਨੂੰ ਲਾਮਬੰਦ ਕਰੀਏ, ਅਸੀਂ ਇਕੱਠੇ ਹੋ ਕੇ ਇਸ ਲੜਾਈ ਨੂੰ ਲੜਦੇ, ਸਾਰੇ ਆਪਾਂ ਲੜਦੇ। ਤੇ ਹੁਣ ਦੱਸੋ ਵੀ ਛੋਟੇ ਕਿਸਾਨਾਂ ਦਾ ਕੀ ਬਣਨਾ? ਇਹ ਲੋਕ ਜਿਹੜਾ ਹੁਣ ਇਹ ਐਡਾ ਭੈੜਾ ਕਾਨੂੰਨ ਆ, ਤੁਹਾਨੂੰ ਵੀ ਪਤਾ, ਸਾਰਿਆਂ ਨੂੰ ਪਤਾ। ਅੱਜ ਵੀ ਤੁਸੀਂ ਲਾਈਵ ਹੋ ਕੇ ਇਹ ਗੱਲ ਕਹੀ ਆ, ਅੱਗੇ ਤੁਸੀਂ ਇਸ ਚੀਜ਼ ਨੂੰ ਮੰਨਣ ਨੂੰ ਰਾਜੀ ਨਹੀਂ ਸੀ। ਬਾਦਲ ਸਾਹਿਬ ਵੀ ਇਹ ਗੱਲ ਕਹੀ ਗਏ ਨੇ ਹੁਣ ਤੱਕ ਵੀ ਜਿਹੜਾ ਇਹ ਕਾਨੂੰਨ ਬਣਾ ਰਹੇ ਨੇ, ਜਿਹੜਾ ਇਹ ਆਰਡੀਨੈਂਸ ਲੈ ਕੇ ਆ ਰਹੇ ਨੇ, ਬਹੁਤ ਵਧੀਆ। ਆ ਕਿਸਾਨੋਂ ਮੈਂ ਚਿੱਠੀ ਲੈ ਕੇ ਆਇਆ, ਦੇਖ ਲਓ। ਤੇ ਕਦੇ ਕਿਸੇ ਮੰਤਰੀ ਤੋਂ ਲਿਆ ਕੇ ਕਹਾਉਂਦੇ ਨੇ ਵੀ ਇਹ ਤੁਹਾਡੇ ਵਾਸਤੇ ਲਾਹੇਵੰਦ ਹੈ, ਤੇ ਫਿਰ ਹੁਣ ਕੀ ਹੋ ਗਿਆ? ਹੁਣ ਸੰਸਦ ਦੇ ਵਿੱਚ ਉਹ ਕਾਨੂੰਨ ਦੇ ਉਲਟ ਬੋਲਦੇ ਆ ਕਿ ਸਿਰਫ ਵੋਟਾਂ ਤੱਕ ਹੀ ਮਤਲਬ ਰਹਿ ਗਏ, ਵੀ ਲੋਕਾਂ ਤੱਕ ਕੋਈ ਮਤਲਬ ਨਹੀਂ, ਸਿਰਫ ਵੋਟਾਂ ਤੱਕ ਮਤਲਬ ਰਹਿ ਗਿਆ ਵੀ ਬਸ ਵੋਟ ਬੈਂਕ ਨਾ ਹਿੱਲ ਜੇ ਕਿਸੇ ਪਾਸੇ। ਅੱਛਾ, ਹੁਣ ਪਤਾ ਕੀ ਕਹਿੰਦੇ ਆ? ਅਸੀਂ ਬਾਦਲ ਸਾਹਿਬ ਕੀ ਕਹਿੰਦੇ ਅਸੀਂ ਤਾਂ ਬਿੱਲ ਪੜ੍ਹੇ ਹੀ ਨਹੀਂ ਸੀ ਵੀ ਕੀ ਸੀ ਬਿੱਲ 'ਚ ਕੀ ਲਿਖਿਆ ਹੋਇਆ। ਲੈ ਦੱਸੋ, ਭਲੇ ਮਾਨਸੋ, ਜੇ ਤੁਸੀਂ ਬਿੱਲ ਨਹੀਂ ਪੜ੍ਹਿਆ ਉਹਦੀ ਹਮਾਇਤ ਐਵੇਂ ਕਰੀ ਜਾਂਦੇ ਸੀ ਇੰਨੇ ਟਾਈਮ ਦੇ, ਸਿਰਫ ਇੱਕ ਕੁਰਸੀ ਖਾਤਰ। ਯਾਰ ਇੰਨੇ ਲੋਕਾਂ ਨੇ ਤੁਹਾਨੂੰ ਇੰਨਾ ਟਾਈਮ ਕੁਰਸੀਆਂ ਤੇ ਬਹਾ ਕੇ ਰੱਖਿਆ, ਤੁਹਾਨੂੰ ਆਪਦੇ ਨੁਮਾਇੰਦੇ ਬਣਾ ਕੇ ਰੱਖਿਆ, ਕਿਸਾਨੀ ਨੁਮਾਇੰਦੇ ਸਮਝ ਕੇ ਰੱਖਿਆ, ਲੋਕਾਂ ਨੇ ਤੁਹਾਨੂੰ ਸਿੱਖੀ ਦਾ ਤੁਹਾਡਾ ਮੇਨ ਧੁਰਾ ਬਣਾ ਕੇ ਤੁਹਾਨੂੰ ਲੋਕ ਚੱਲੇ ਨੇ। ਹੁਣ ਤੱਕ ਤੁਹਾਨੂੰ ਕੋਈ ਸ਼ਰਮ ਹੀ ਨਹੀਂ ਕਿਸੇ ਚੀਜ਼ ਦੀ, ਤੁਸੀਂ ਲੋਕਾਂ ਨੂੰ ਖਾਣ ਤੇ ਆ ਗਏ। ਮਾੜਾ ਮੋਟਾ ਤਾਂ ਸੋਚਣਾ ਸੀ। ਤੁਹਾਨੂੰ ਚੰਗਾ ਭਲਾ ਪਤਾ ਹੈ ਵੀ ਜਿਹੜਾ ਸਾਡਾ ਸੂਬਾ ਹੈ ਕਿਸਾਨੀ ਪ੍ਰਧਾਨ ਸੂਬਾ ਹੈ,
ਠੀਕ ਹੈ। ਜੇ ਸਾਡੇ ਕਿਸਾਨਾਂ ਦੇ ਉੱਤੇ ਐਡੀ ਵੱਡੀ ਕੋਈ ਗੱਲ ਆਉਂਦੀ ਆ, ਸਾਡੇ ਕਿਸਾਨਾਂ ਦੀਆਂ ਖੇਤੀਆਂ ਖਤਮ ਹੁੰਦੀਆਂ ਨੇਗੀਆਂ, ਸਾਡਾ ਜਿਹੜਾ ਆਰਡੀ ਨਸਾਂ ਦੇ ਨਾਲ ਸਾਡਾ ਮੰਡੀਕਰਨ ਖਤਮ ਹੁੰਦਾ ਹੈ, ਵਪਾਰੀ ਵਰਗ ਆਉਂਦਾ, ਵਪਾਰੀ ਵਰਗ ਤੋਂ ਤਾਂ ਕਿਸਾਨ ਪਹਿਲਾਂ ਹੀ ਦੁਖੀ ਆ। ਵਪਾਰੀ ਆਪਦਾ ਸਟਾਕ ਕਰ ਦਿੰਦੇ ਨੇ, ਆਪਦੀ ਮਰਜ਼ੀ ਨਾਲ ਬਾਅਦ ਚੀਜ਼ ਵੇਚਦੇ ਨੇ, ਲੈਣ ਵੇਲੇ ਆਪਦੀ ਮਰਜ਼ੀ ਨਾਲ ਖਰੀਦਦੇ ਨੇ। ਤੁਸੀਂ ਬਹੁਤ ਗਲਤ ਕੀਤਾ ਲੋਕਾਂ ਨਾਲ। ਲੋਕਾਂ ਦਾ ਤੁਸੀਂ ਵਿਸ਼ਵਾਸ ਬਣਾਉਣਾ ਸੀ, ਲੋਕਾਂ ਦਾ ਵਿਸ਼ਵਾਸ ਤੁਸੀਂ ਜਿੱਤਣਾ ਸੀ, ਪਰ ਤੁਸੀਂ ਲੋਕਾਂ ਨਾਲ ਦਗਾ ਕਮਾਈ। ਦੋਨੇ ਜਣਿਆਂ ਨੇ ਇਹ ਤੁਸੀਂ ਰਲ ਕੇ ਕੰਮ ਕੀਤਾ। ਦੋਨੇ ਨਾਲ ਰਲ ਕੇ ਕਿਵੇਂ? ਕਿਉਂਕਿ ਕੈਪਟਨ ਸਾਹਿਬ ਤੁਹਾਨੂੰ ਪਹਿਲਾਂ ਤੋਂ ਪਤਾ ਸੀ, ਤੁਸੀਂ ਉਦੋਂ ਤੋਂ ਨਹੀਂ ਬੋਲੇ। ਤੁਹਾਨੂੰ ਪਤਾ ਸੀ ਵੀ ਇਦਾਂ ਦਾ ਕੋਈ ਬਿੱਲ ਆ ਰਿਹਾ, ਤੁਸੀਂ ਨਹੀਂ ਬੋਲੇ। ਦੂਜੇ ਪਾਸੇ ਬਾਦਲ ਸਾਹਿਬ ਪਹਿਲਾਂ ਬਿੱਲ ਦੀ ਸਪੋਰਟ ਕਰਦੇ ਰਹੇ, ਹੁਣ ਤੱਕ ਲਾਸਟ ਤੱਕ ਬਿੱਲ ਦੀ ਸਪੋਰਟ ਕਰਦੇ ਰਿਹਾ, ਪਰ ਜਿੱਦੇ ਬਿੱਲ ਟੇਬਲ ਹੋ ਗਿਆ ਸਿਰਫ ਉਦੋਂ ਬੋਲੇ। ਉਹਨਾਂ ਨੂੰ ਪਤਾ ਵੀ ਹੁਣ ਮੈਂ ਬੋਲਾਂ ਚਾਹੇ ਨਾ ਬੋਲਾਂ ਵੀ ਇਹ ਬਿੱਲ ਪਾਸ ਹੋਣਾ। ਮੈਨੂੰ ਤਾਂ ਲੱਗਦਾ ਵੀ ਇਹਦੇ ਵਿੱਚ ਕਿਤੇ ਨਾ ਕਿਤੇ ਤੁਹਾਡਾ ਵਧੀਆ ਲੈਵਲ ਦਾ ਹੱਥ ਹੈ। ਤੁਸੀਂ ਚਾਹੁੰਦੇ ਸੀ ਵੀ ਇਹ ਬਿੱਲ ਪਾਸ ਹੋਵੇ, ਵੀ ਲੋਕਾਂ ਤੋਂ ਜਿਹੜੀਆਂ ਉਹਨਾਂ ਦੀਆਂ ਜ਼ਮੀਨਾਂ ਖੋ ਕੇ ਤਕੜੇ ਘਰਾਣਿਆਂ ਦੇ ਹੱਥਾਂ ਵਿੱਚ ਚਲੀਆਂ ਜਾਣ। ਤੁਸੀਂ ਚਾਹੁੰਦੇ ਹੋ, ਕਿਉਂਕਿ ਤੁਸੀਂ ਤਕੜੇ ਲੋਕ ਹੋ, ਤੁਸੀਂ ਵੱਡੇ ਘਰਾਣੇ ਹੋ, ਜਿਹੜੇ ਤੁਸੀਂ ਆਪਦੇ ਵੱਡੇ ਲੈ ਕੇ ਲੈਂਡ ਦੇ ਟੱਕ ਖਰੀਦ ਕੇ ਤੁਸੀਂ 20-50 ਕਿੱਲਿਆਂ ਦੇ ਤੁਸੀਂ ਆਪਦੇ ਤਰੀਕੇ ਨਾਲ ਖੇਤੀ ਕਰਾਉਣਾ ਚਾਹੁੰਦੇ ਹੋ। ਤੁਸੀਂ ਚਾਹੁੰਦੇ ਹੋ ਵੀ ਕਿਸਾਨ ਸਾਡੇ ਦਿਹਾੜੀਦਾਰ ਬਣ ਕੇ ਰਹਿਣ, ਸਾਡੇ ਦਿਹਾੜੀ 'ਤੇ ਕੰਮ ਕਰਨ ਆ ਕੇ। ਚਲੋ ਠੀਕ ਆ, ਮੰਨਦੇ ਆ ਜਿਹੜੇ ਕਿਸਾਨ ਕੋਲੇ ਕਿਸੇ ਕੋਲੇ 100 ਕਿੱਲਾ ਹੈ, ਕਿਸੇ ਕੋਲ 150 ਕਿੱਲਾ ਹੈ, ਜਾਂ ਕਿਸੇ ਕੋਲ 40-50 ਕਿੱਲੇ ਨੇ, ਉਹਦਾ ਵੀ ਸਰਜੂ। ਜਿਹੜਾ ਕਿੱਲਾ 2 ਕਿੱਲੇ ਵਾਲਾ ਕਿਸਾਨ ਆ, ਉਹਦਾ ਕੀ ਬਣਨਾ? ਕਿੱਧਰ ਜਾਊਗਾ ਕਿਸਾਨ? ਕਿੱਥੇ ਆਪਦੀ ਫਸਲ ਨੂੰ ਕਿੱਥੇ ਵੇਚੂਗਾ? ਕਿਹਨੇ ਪੁੱਛਣਾ ਉਹਨੂੰ? ਮਾੜਾ ਮੋਟਾ ਤੁਸੀਂ ਅਕਲ ਨੂੰ ਹੱਥ ਮਾਰਨਾ ਸੀ ਸਮਾਂ ਰਹਿੰਦੇ। ਪਰ ਹੁਣ ਤੁਸੀਂ ਜਿਹੜਾ ਕੁਝ ਕਰ ਰਹੇ ਹੋ, ਲੋਕ ਸਭ ਚੰਗੀ ਤਰ੍ਹਾਂ ਜਾਣਦੇ ਆ ਵੀ ਤੁਹਾਡੀ ਇਹ ਡਰਾਮੇਬਾਜ਼ੀ ਆ ਦੋਨੇ ਤਰ੍ਹਾਂ ਦੀ। ਕੈਪਟਨ ਸਾਹਿਬ ਨੇ ਉਦੋਂ ਨਹੀਂ ਬੋਲਿਆ, ਤੇ ਬਾਦਲ ਸਾਹਿਬ ਉਦੋਂ ਉਹਨਾਂ ਦੀ ਹਮਾਇਤ ਕਰੀ ਗਏ ਨੇ ਬਿੱਲਾਂ ਦੀ ਹੁਣ ਤੱਕ। ਹੁਣ ਸਿਰਫ ਤੇ ਸਿਰਫ ਜਿੱਦੇ ਪਤਾ ਬਿੱਲ ਟੇਬਲ ਹੋ ਗਿਆ, ਪਤਾ ਲੱਗ ਗਿਆ ਵੀ ਇਹਦਾ ਪਾਸ ਤਾਂ ਹੁਣ ਹੋਈ ਜਾਣਾ, ਚਾਹੇ ਮੈਂ ਵਿਰੋਧ ਕਰਦਾ, ਚਾਹੇ ਮੈਂ ਇਹਦੇ ਹੱਕ 'ਚ ਬੋਲਦਾ। ਤੇ ਬੀਬਾ ਜੀ ਉੱਥੇ ਹਾਜ਼ਰ ਹੀ ਨਹੀਂ ਹੋਏ, ਉਹ ਪਹੁੰਚੀ ਨਹੀਂ, ਗਈ ਨਹੀਂ ਉੱਥੇ। ਯਾਰ ਐਡੇ ਲਾਲਚ ਤੁਹਾਡੇ, ਯਾਰ ਲੋਕਾਂ ਨੇ ਤੁਹਾਨੂੰ ਇੰਨਾ ਟਾਈਮ ਨੁਮਾਇੰਦਗੀਆਂ ਦਿੱਤੀਆਂ, ਤੁਹਾਨੂੰ ਮੂਹਰੇ ਲਾ ਕੇ ਰੱਖਿਆ, ਤੁਹਾਨੂੰ ਆਪਦਾ ਸੂਬਾ ਸੰਭਾਲ ਕੇ ਰੱਖਿਆ, ਤੇ ਤੁਸੀਂ ਲੋਕਾਂ ਨਾਲ ਹਰ ਟਾਈਮ ਇਹ ਧੋਖਾ ਕੀਤਾ। ਤੁਹਾਨੂੰ ਇੱਕ ਗੱਲ ਦੱਸ ਦਿੰਦਾ, ਕਿਸਾਨ